ਸਾਹਿਬ ਜੀਓ ਦੋਹਰਾ ਕੇਤਕ ਦਿਨ ਬੀਤੇ ਬਹੁਰ ਬਣੀ ਕਟਨਾ ਸਭ ਹੋਨ ਖਾਨ ਪਾਨ ਨਿਕਟਿਓ ਜਾਬੈ ਸ਼ੁੱਧਤ ਤ੍ਰਿਪਤ ਕਿਸੂਨ ਸਤਨਾਮ ਸ੍ਰੀ ਵਾਹਿਗੁਰੂ ਜੀ ਕਾ ਤੁਛ ਪ੍ਰਬੁੱਧ ਹਮਾਰੇ ਵਰਨ ਨ ਸਕੈ ਮਹਿਮਾ ਜੋ ਤਿਹਾਰੇ ਹਮ ਨ ਸਕਤ ਕਰ ਸਿਵਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੇ ਮੁਖ ਉਚਰੈ ਸ਼ਾਸਤਰ ਕਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਈ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜਿਓਂ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ। ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਾਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਿਸ ਵਕਤ ਇੱਕ ਗੁਰ ਸਿੱਖ ਨੇ ਅਨੰਦਪੁਰ ਦੇ ਵਿੱਚ ਇਹੋ ਜਿਹੀ ਦੁਖਦਾਈ ਹਾਲਤ ਨੂੰ ਅਨੁਭਵ ਕਰਦਿਆਂ ਹੋਇਆਂ ਪਾਰਸ ਦੀ ਵੱਟੀ ਮਹਾਰਾਜ ਦੇ ਚਰਨਾਂ 'ਚ ਲਿਆ ਕਰਕੇ ਭੇਟਾ ਕਰਤੀ ਵੀ ਇਹਦੇ ਨਾਲ ਗੁਰੂ ਕਰਦੇ ਜੋ ਦਲਿੱਦਰ ਗਰੀਬੀਆਂ ਕੰਗਾਲੀਆਂ ਸਾਰੀਆਂ ਦੂਰ ਹੋ ਜਾਣੀਆਂ ਹਨ। ਪਰ ਸਤਿਗੁਰੂ ਜੀ ਨੇ ਉਹ ਪਾਰਸ ਦੀ ਵੱਟੀ ਬੜੇ ਡੂੰਘੇ ਪਾਣੀ ਦੇ ਵਿੱਚ ਸੁੱਟ ਦਿੱਤੀ। ਦੇਖ ਕਰਕੇ ਤਾਂ ਬੜਾ ਮਨ ਦੇ ਵਿੱਚ ਹੈਰਾਨ ਹੋ ਗਿਆ ਵੀ ਕਿਤਨੀ ਕੀਮਤੀ ਸ਼ੈ ਉਸ ਦੀ ਦੀਨ ਦੁਨੀਆ ਦੇ ਮਾਲਕ ਨੇ ਕੋਈ ਕਦਰ ਨਹੀਂ ਜਾਣੀ। ਮੈਂ ਤਾਂ ਸੋਚਦਾ ਸੀ ਇਹਦੇ ਨਾਲ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਬੜੀ ਮਾਇਆ ਬੜਾ ਧਨ ਕਮਾ ਲੈਣਾ। ਪਰ ਉਸ ਸਮੇਂ ਸਤਿਗੁਰੂ ਜੀ ਕਹਿਣ ਲੱਗੇ, ਭਾਈ ਅਗਰ ਤੇਰੇ ਮਨ ਦੇ ਵਿੱਚ ਜ਼ਿਆਦਾ ਹੀ ਚਿੰਤਾ ਪੈਦਾ ਹੋ ਗਈ ਹੈ, ਇੱਕ ਪਾਣੀ ਦੇ ਵਿੱਚ ਡੁਬਕੀ ਲਗਾਈ, ਦੇਖਿਆ ਵੀ ਉੱਥੇ ਤਾਂ ਇਹੋ ਜਿਹੀਆਂ ਪਾਰਸ ਦੀਆਂ ਵੱਟੀਆਂ ਦੇ ਪਤਾ ਨਹੀਂ ਕਿਤਨੇ ਵੱਡੇ ਵੱਡੇ ਢੇਰ ਲੱਗੇ ਹੋਏ ਹਨ, ਜਿਨ੍ਹਾਂ 'ਚ ਹੀਰੇ ਜਵਾਹਰ ਮੋਤੀਆਂ ਦੀਆਂ ਬੜੀਆਂ ਚਮਕਾਂ ਪੈ ਰਹੀਆਂ ਸੀ। ਇਹ ਦੇਖ ਕਰਕੇ ਗੁਰ ਸਿੱਖ ਦੇ ਮਨ ਦਾ ਭਰਮ ਦੂਰ ਹੋ ਗਿਆ। ਸਤਿਗੁਰੂ ਜੀ ਕਹਿਣ ਲੱਗੇ ਵੀ ਤਾਂ ਅਸੀਂ ਇੱਕ ਬੜੀ ਚਰਜ ਖੇਲ ਵਰਤਾਈ ਹੋਈ ਹੈ, ਜੇ ਚਾਹੀਏ ਆ ਸਾਰੀਆਂ ਜਿਹੜੀਆਂ ਫੌਜਾਂ ਇੱਕ ਤੀਰ ਦੇ ਨਾਲ ਖਤਮ ਹੋ ਸਕਦੀਆਂ ਹਨ। ਸੁਣ ਕਰਕੇ ਇਹਦੇ ਮਨ ਦਾ ਜਿਹੜਾ ਸ਼ੰਕਾ ਨਾਸ ਹੋ ਗਿਆ। ਮਨ ਦੇ ਅੰਦਰ ਬੜੀ ਸ਼ਰਧਾ ਭਾਵਨਾ ਪੈਦਾ ਹੋ ਗਈ ਸੀ। ਭਾਈ ਰਾਮ ਕੌਰ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ
ਸਤਿਗੁਰੂ ਜੀ ਨੇ ਕਾਫੀ ਦਿਨ ਲੰਗਰ ਪਾਣੀ ਵਰਤਾਉਣਾ ਸ਼ੁਰੂ ਕਰ ਦਿੱਤਾ ਸੀ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੋਹਰਾ। ਕੇਤਕ ਦਿਨ ਬੀਤੇ ਬਹੁਰ ਬਨੀ ਕਠਨ ਸਭ ਹੋਨ। ਕੁਝ ਰੋਜ਼ਾਂ ਤੋਂ ਬਾਅਦ ਫਿਰ ਉਸੇ ਤਰ੍ਹਾਂ ਖਾਲਸੇ ਦੇ ਸਿਰ 'ਤੇ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਖਾਨ ਪਾਨ ਨਿਖੁਟਿਓ ਜਬੈ ਛੋਦਤ ਤ੍ਰਿਪਤ ਕਿਸ ਹੋਨਾ। ਆਨੰਦਪੁਰ ਦੇ ਵਿੱਚੋਂ ਅੰਨ ਔਰ ਆਟਾ ਵਗੈਰਾ ਸਾਰੀਆਂ ਜਿਹੜੀਆਂ ਚੀਜ਼ਾਂ ਬਿਲਕੁਲ ਖਤਮ ਹੋ ਚੁੱਕੀਆਂ ਹਨ। ਚੌਪਈ ਮਾਰਗ ਘਾਟੇ ਰੋਕਨ ਕਰੀ। ਸੂਬਿਆਂ ਔਰ ਪਹਾੜੀ ਰਾਜਿਆਂ ਨੇ ਚਾਰੇ ਪਾਸਿਆਂ ਤੋਂ ਜਿਹੜੇ ਆਉਣ ਵਾਲੇ ਰਸਤੇ ਉਹ ਵੀ ਬਿਲਕੁਲ ਬੰਦ ਕੀਤੇ ਹੋਏ ਸਨ। ਥਲ ਥਲ ਪ੍ਰਤ ਸਬਦਾਨੀ ਧਰੀ। ਥਾਂ ਪਰ ਥਾਂ ਇਹਨਾਂ ਨੇ ਫੌਜਾਂ ਦੀ ਜਿਹੜੀ ਬੜੀ ਸਾਵਧਾਨੀ ਕੀਤੀ ਹੋਈ ਹੈ। ਮਰੀ ਸਿੰਘ ਬਾਹਰ ਜਿਸ ਦਿਨ ਤੀ। ਜਿਸ ਦਿਨ ਤੋਂ ਸਿੰਘਾਂ ਦੀ ਜਿਹੜੀ ਬਾਹਰਲੇ ਪਾਸੇ ਸ਼ਹੀਦੀ ਹੋ ਗਈ ਸੀ। ਵਰਜਨ ਭੀ ਸਤਿਗੁਰੂ ਬਚਨ ਤੀ। ਦਸ਼ਮੇਸ਼ ਪਿਤਾ ਨੇ ਆਪਣੇ ਯੋਧੇ ਸੂਰਮਿਆਂ ਨੂੰ ਆਗਿਆ ਕਰਤੀ ਵੀ ਅੱਜ ਤੋਂ ਬਾਅਦ ਕਿਸੇ ਨੇ ਰਸਤਾ ਬਸਤਾ ਲਿਆਉਣ ਦੇ ਲਈ ਅਨੰਦਪੁਰ ਦੇ ਵਿੱਚੋਂ ਬਾਹਰ ਨਹੀਂ ਜਾਣਾ ਹੈ। ਲੈਬੇ ਹੇਤ ਅੰਨ ਕੋ ਪੀਰੀ। ਸਤਿਗੁਰੂ ਜੀ ਨੇ ਸਾਰੇ ਗੁਰ ਸਿੱਖਾਂ ਨੂੰ ਇਹ ਵਿਸ਼ੇਸ਼ ਤੌਰ 'ਤੇ ਆਪਣੇ ਵੱਲੋਂ ਹਦਾਇਤ ਕਰ ਦਿੱਤੀ ਹੈ। ਗਮਲੇ ਨਹੀਂ ਪਰੇ ਵਿੱਚ ਘੇਰੀ। ਉਸੇ ਤਰ੍ਹਾਂ ਖਾਲਸਾ ਅਨੰਦਪੁਰ ਦੇ ਘੇਰੇ ਅੰਦਰ ਹੀ ਬਹੁਤ ਭੁੱਖ ਦੇ ਦੁੱਖ ਦੇ ਨਾਲ ਆਪਣੇ ਜਿਹੜੇ ਦਿਨ ਕੱਟਣ ਲੱਗ ਪਿਆ ਸੀ। ਲਰਬੀ ਹੇਤ ਨਿਕਸ ਨਿਤ ਜੈ ਹੈ। ਸਤਿਗੁਰੂ ਜੀ ਦੇ ਜਿਹੜੇ ਮਹਾਰਾਜ ਜੀਵੜੇ ਯੋਧੇ ਸੂਰਮੇ ਜਦੋਂ ਕਿਤੇ ਲੋੜ ਪੈਂਦੀ ਹੈ ਯੁੱਧ ਕਰਨ ਦੇ ਲਈ ਤਾਂ ਉਸੇ ਵਕਤ ਤਿਆਰ ਹੋ ਜਾਂਦੇ ਹਨ। ਅਦਕ ਸ਼ੁੱਧਤ ਹੀ ਜੰਗ ਮਚੈ ਹੈ। ਬੜੇ ਭੁੱਖ ਦੇ ਦੁੱਖਾਂ ਨੂੰ ਸਹਿੰਦਿਆਂ ਹੋਇਆਂ ਵੀ ਇਹਨਾਂ ਤੁਰਕਾਂ ਮੁਗਲਾਂ ਪਠਾਣਾਂ ਦੇ ਨਾਲ ਫਿਰ ਵੀ ਜੰਗ ਕਰਦੇ ਰਹਿੰਦੇ ਹਨ। ਤਰਬਰ ਕੀ ਛੀਲਕ ਲੈ ਕੋਈ। ਕਈ ਹੁਣ ਜਿਹੜੀਆਂ ਦਰਖਤਾਂ ਦੀਆਂ ਛਿੱਲਾਂ ਉਬਾਲ ਕਰਕੇ ਉਹਨਾਂ ਦੇ ਨਾਲ ਆਪਣਾ ਗੁਜ਼ਾਰਾ ਚਲਾ ਰਹੇ ਸਨ। ਖਾਵੈ ਰੀਦਨ ਕਰ ਕਰ ਸੋਈ। ਹੁਣ ਉਹਨਾਂ ਛਿੱਲਾਂ ਨੂੰ ਪਾਣੀ ਦੇ ਵਿੱਚ ਉਬਾਲ ਕਰਕੇ ਜਦੋਂ ਚੰਗੀ ਤਰ੍ਹਾਂ ਪਕਾ ਲੈਂਦੇ ਹਨ। ਕਾਸ ਕੇ ਬੂਟਾ ਦਲ ਫਲ ਲੀਤ। ਜਿੱਥੇ ਵੀ ਕਿਸੇ ਨੂੰ ਕੋਈ ਫਲ ਜਾਂ ਫਿਰ ਪੱਤੇ ਵਗੈਰਾ ਛਕਣ ਦੇ ਲਈ ਪ੍ਰਾਪਤ ਹੁੰਦੇ ਹਨ। ਅਚਵਹਿ ਪ੍ਰਾਨ ਰੱਖ ਵੀ ਹੀਤ। ਆਪਣੇ ਸਰੀਰ ਦੇ ਵਿੱਚ ਪ੍ਰਾਣਾਂ ਨੂੰ ਰੱਖਣ ਦੇ ਲਈ ਇਹੋ ਜਿਹੀਆਂ ਜਿਹੜੀਆਂ ਛਿੱਲਾਂ ਦੀਆਂ ਫੁੱਲਾਂ ਔਰ ਪੱਤਿਆਂ ਦੀਆਂ ਜਿਹੜੀਆਂ ਖੁਰਾਕਾਂ ਉਹ ਵੀ ਮਸਾਂ ਕਦੇ ਖਾਲਸੇ ਨੂੰ ਪ੍ਰਾਪਤ ਹੋਇਆ ਕਰਦੀਆਂ ਸਨ। ਕੀਚਿਤ ਗੁਰਬਾਣੀ ਪਠ ਕਰਕੇ। ਕਈਆਂ ਨੇ ਤਾਂ ਫਿਰ ਸਾਚਾ ਨਾਮ ਮੇਰਾ ਆਧਾਰੋ ਗੁਰਬਾਣੀ ਨੂੰ ਪਰਮਾਤਮਾ ਦੇ ਨਾਮ ਨੂੰ ਹੀ ਆਪਣੇ ਜੀਵਨ ਦਾ ਇੱਕ ਆਧਾਰ ਬਣਾ ਲਿਆ ਸੀ। ਇਸੀ ਆਸਰੀ ਰਹਿਤ ਵਿਚਰ ਕੇ। ਉਹ ਫਿਰ ਗੁਰਬਾਣੀ ਔਰ ਭਗਤੀ ਦੇ ਆਸਰੇ ਹੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ। ਮੁਨੀ ਹੋਤ ਜਿਮ ਪੌਨ ਆਹਾਰੀ। ਜਿਵੇਂ ਜੰਗਲਾਂ ਰੋਈਆਂ ਬੀਆਵਾਨਾਂ ਦੇ ਵਿੱਚ ਜਿਹੜੇ ਰਿਸ਼ੀ ਮੁਨੀ ਮਹਾਤਮਾ ਇਹ ਫਿਰ ਬੰਦਗੀ ਕਰਦਿਆਂ ਕਈ ਜਿਹੜੇ ਪੌਣਹਾਰੀ ਹੋ ਜਾਂਦੇ ਹਨ। ਇਹੋ ਜਿਹੀ ਅਵਸਥਾ ਗੁਰੂ ਕੇ ਯੋਧੇ ਸੂਰਮਿਆਂ ਨੇ ਵੀ
ਪ੍ਰਾਪਤ ਕਰ ਲਈ ਸੀ। ਕਈ ਕਈ ਦਿਨ ਉਹ ਫਿਰ ਪੌਣ ਹਾਰੀ ਰਹਿ ਕਰਕੇ ਆਪਣੇ ਬਤੀਤ ਕਰਦੇ ਹਨ। ਅੰਤਰਮੁਖੀ ਬ੍ਰਿਤ ਕੋ ਧਾਰੀ, ਉਹਨਾਂ ਨੇ ਆਪਣੀ ਜਿਹੜੀ ਬ੍ਰਿਤੀ ਅੰਤਰਮੁਖ ਧਾਰਨ ਕੀਤੀ ਹੋਈ ਹੈ। ਤਨ ਹੰਤਾ ਕੋ ਤਜਤ ਬਿਤਾਵੈ, ਆਪਣੇ ਸਰੀਰ ਦੀ ਹੰਗਤਾ ਨੂੰ ਨਾਸ ਕਰਕੇ ਫਿਰ ਵੀ ਉਹਨਾਂ ਨੂੰ ਕੋਈ ਇਹ ਜਿਹੜਾ ਭੁੱਖ ਦਾ ਦੁੱਖ ਵਿਸ਼ੇਸ਼ ਤੌਰ 'ਤੇ ਮਹਿਸੂਸ ਨਹੀਂ ਹੁੰਦਾ ਸੀ। ਛੋਦਤ ਕਸ਼ਟ ਤੇ ਨਹੀਂ ਡੁਲਾਵੈ, ਪਰ ਫਿਰ ਵੀ ਆਪਣਾ ਜਿਹੜਾ ਮਨ ਸੁਮੇਰ ਪਰਬਤ ਦੇ ਸਮਾਨ ਜੋਧੇ ਸੂਰਮਿਆਂ ਨੇ ਅਡੋਲ ਰੱਖਿਆ ਹੋਇਆ ਸੀ। ਭਾਵੇਂ ਕਿਤਨੇ ਮਹੀਨੇ ਭੁੱਖ ਦੇ ਨਾਲ ਪੋਲ ਕਰਦਿਆਂ ਹੋਇਆ ਖਾਲਸੇ ਨੇ ਲੰਘਾ ਦਿੱਤੇ, ਪਰ ਫਿਰ ਵੀ ਕਿਸੇ ਦਾ ਜਿਹੜਾ ਮਨ ਨਹੀਂ ਡੋਲਦਾ ਹੈ। ਇੱਕ ਦਿਨ ਸਤਿਗੁਰ ਤਰਵਰ ਹੀਰੀ, ਇੱਕ ਦਿਨ ਜਦੋਂ ਦਸ਼ਮੇਸ਼ ਪਿਤਾ ਨੇ ਬਾਹਰਲੇ ਪਾਸੇ ਆ ਕੇ ਉਹ ਦਰਖਤਾਂ ਦੇ ਵੱਲ ਨਜ਼ਰ ਮਾਰੀ ਹੈ। ਬੂਝੇ ਸੰਗ ਹੁਤੀ ਤਿਸ ਬੀਰੀ, ਸੇਵਕਾਂ ਦਾਸਾਂ ਨੂੰ ਉਸ ਸਮੇਂ ਸਤਿਗੁਰੂ ਜੀ ਮੌਤ ਦੇ ਵਿੱਚ ਆ ਕਰਕੇ ਪੁੱਛਣ ਲੱਗ ਪਏ ਸਨ, ਇਹ ਕੇਸਾ ਬ੍ਰਿਛਨ ਛੀਲ ਹੁਤਾਰੀ, ਭਾਈ ਗੁਰਮੁਖੋ ਆ ਦਰਖਤਾਂ ਦੀਆਂ ਛੱਲਾਂ ਕਿਸ ਨੇ ਲਾ ਦਿੱਤੀਆਂ ਹਨ। ਸੁਨਤ ਦਾਸ ਗਨ ਤਬ ਹੈ ਉਚਾਰੀ, ਇਹ ਸੁਣ ਕਰਕੇ ਗੁਰ ਸਿੱਖਾਂ ਨੇ ਦੋਵੇਂ ਹੱਥ ਜੋੜ ਕਰਕੇ ਬੇਨਤੀ ਕੀਤੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿ ਜਦੋਂ ਹੁਣ ਖਾਲਸੇ ਨੂੰ ਭੁੱਖ ਜ਼ਿਆਦਾ ਤੰਗ ਕਰਦੀ ਹੈ ਤੇ ਕਈ ਫਿਰ ਇਹਨਾਂ ਦਰਖਤਾਂ ਦੀਆਂ ਛਿੱਲਾਂ ਨੂੰ ਪਕਾ ਕਰਕੇ ਵੀ ਛਕ ਲੈਂਦੇ ਸਨ। ਭੁੱਖ ਦੁੱਖ ਤੇ ਵਿਆਕੁਲ ਬਹੁ ਹੋਵੇ ਕੈ, ਜਿਹੜੇ ਪ੍ਰੇਮੀ ਭੁੱਖ ਦੇ ਦੁੱਖ ਦੇ ਨਾਲ ਬਹੁਤ ਜ਼ਿਆਦਾ ਜਦੋਂ ਵਿਆਕਲ ਹੋ ਜਾਂਦੇ ਸਨ। ਸਿੰਘ ਅਚਾਂ ਵਿੱਚ ਅਗਨ ਰਿਝੈ ਕੈ, ਹੋਰ ਤਾਂ ਕੁਝ ਖਾਣ ਪੀਣ ਵਾਸਤੇ ਮਿਲਦਾ ਨਹੀਂ। ਆ ਜਿਹੜੀਆਂ ਬਿਰਛਾਂ ਦੀਆਂ ਮੋਟੀਆਂ ਮੋਟੀਆਂ ਛਿੱਲਾਂ ਉਹਨਾਂ ਨੂੰ ਫਿਰ ਪਕਾ ਕਰਕੇ ਖਾ ਲੈਂਦੇ ਹਨ। ਤਬ ਗੁਰ ਕਹਿਓ ਹਟਾਵਨ ਕੀਜੈ, ਉਸ ਵਕਤ ਸਤਿਗੁਰੂ ਜੀ ਕਹਿ ਲਗੇ, ਭਾਈ ਹੁਣ ਤੋਂ ਬਾਅਦ ਕਿਸੇ ਨੇ ਵੀ ਆ ਦਰਖਤਾਂ ਦੀਆਂ ਜਿਹੜੀਆਂ ਛਿੱਲਾਂ ਲਾ ਕਰਕੇ ਨਹੀਂ ਖਾਣੀਆਂ ਹਨ। ਇਸ ਭੋਜਨ ਤੇ ਰੋਗੀ ਥੀਜੈ, ਹੁਣ ਇਹੋ ਜਿਹਾ ਭੋਜਨ ਖਾਣ ਦੇ ਨਾਲ ਤਾਂ ਸਰੀਰ ਦੇ ਅੰਦਰ ਵੱਡੀਆਂ ਵੱਡੀਆਂ ਬਿਮਾਰੀਆਂ ਜੇ ਪੈਦਾ ਹੋ ਗਈਆਂ। ਫਿਰ ਖਾਲਸਾ ਆ ਤੁਰਕਾਂ ਮੁਗਲਾਂ ਦੇ ਨਾਲ ਅੱਗੇ ਹੋ ਕਰਕੇ ਕਿਵੇਂ ਟੱਕਰਾ ਕਰੇਗਾ। ਵਰਜਨ ਕੀਨੇ ਸਭ ਹੀ ਫੇਰ, ਸਤਿਗੁਰੂ ਜੀ ਨੇ ਉਸ ਦਿਨ ਤੋਂ ਜਿਹੜੀਆਂ ਦਰਖਤ ਦੀਆਂ ਛਿੱਲਾਂ ਪੱਤੇ ਫੁੱਲ ਛਕਣ ਤੋਂ ਵੀ ਆਪਣੇ ਖਾਲਸੇ ਨੂੰ ਰੋਕ ਦਿੱਤਾ ਸੀ। ਬਹਿਰ ਪਰਿਓ ਸ਼ਤਰਨ ਕੋ ਕੀਰ, ਉਹ ਆਨੰਦਪੁਰ ਦੇ ਚਾਰੇ ਪਾਸੇ ਤੁਰਕਾਂ ਮੁਗਲਾਂ ਪਠਾਣਾਂ ਦੀਆਂ ਜਿਹੜੀਆਂ ਫੌਜਾਂ ਨੇ ਆਪਣੇ ਘੇਰੇ ਪਾਏ ਹੋਏ ਹਨ। ਕਿਤ ਕਾ ਸ਼ਰਦਕ ਮਾਤ ਸੁਨਾਵੈ, ਕਈ ਜਿਹੜੇ ਸ਼ਰਧਾ ਤੋਂ ਹੋਈ ਨੇ ਉਹ ਫਿਰ ਮਾਤਾ ਜੀ ਦੇ ਪਾਸ ਇਹੋ ਜਿਹੀਆਂ ਗੱਲਾਂ ਬਾਤਾਂ ਵੀ ਕਰਨ ਲੱਗ ਜਾਂਦੇ ਸੀ। ਗੁਰਮਤ ਵਾਲੀ ਬਾਕ ਹਲਾਵੈ, ਮਾਤਾ ਜੀ ਸਾਨੂੰ ਤਾਂ ਇਹੋ ਲੱਗਦਾ ਹੈ ਵੀ ਜਿਵੇਂ ਸਤਿਗੁਰੂ ਜੀ ਦਾ ਜਿਹੜਾ ਦਿਮਾਗ ਟਿਕਾਣੇ ਵਿੱਚ ਨਹੀਂ ਰਿਹਾ ਹੈ। ਤੁਮ ਕਰ ਯਤਨ ਬਚਾਵੋ ਸਾਰੀ, ਆਪ ਹੀ ਇੱਕ ਇਹੋ ਜਿਹਾ ਉਪਾਅ ਯਤਨ ਕਰਕੇ ਇਹਨਾਂ ਸਿੰਘਾਂ ਨੂੰ ਬਚਾ ਸਕਦੇ ਹੋ। ਨਤ ਹੋਵੇ ਸਭ ਕੀਰ ਸੰਘਾਰੀ, ਨਹੀਂ ਤਾਂ ਫਿਰ ਭੁੱਖ ਦੇ ਦੁੱਖ ਦੇ ਨਾਲ ਇੱਕ ਦਿਨ ਸਾਰਿਆਂ ਦੀ ਮੌਤ ਹੀ ਹੋ ਜਾਣੀ ਹੈ। ਬਨ ਕੈ ਦੀਨ ਜਾਈ ਕਿਕਿਆਵੈ, ਇਹ ਵਿਚਾਰੇ ਡਰਦੇ ਹੋਏ ਮਹਾਰਾਜ ਦੇ ਅੱਗੇ ਜਾ ਕਰਕੇ ਬੇਨਤੀ ਵੀ ਨਹੀਂ ਕਰ ਸਕਦੇ ਹਨ। ਕਿਉਂ ਹੈ ਇਨਕੈ ਪ੍ਰਾਨ ਬਚਾਵੈ, ਮਾਤਾ ਜੀ ਜੇ ਹੁਣ ਖਾਣ ਪੀਣ ਨੂੰ ਮਿਲੂ ਤਾਂ ਫਿਰ ਇਹਨਾਂ ਦੇ
ਪ੍ਰਾਣਾਂ ਦਾ ਬਚਾਅ ਹੋ ਸਕਣਾ ਹੈ। ਜੋ ਸੰਗਰਾਮ ਸਦਾ ਹੀ ਚਹੈ। ਹੁਣ ਸਤਿਗੁਰੂ ਜੀ ਤਾਂ ਹਰ ਵਕਤ ਤੁਰਕਾਂ ਮੁਗਲਾਂ ਪਠਾਨਾਂ ਦੇ ਨਾਲ ਵੱਡੇ ਵੱਡੇ ਘਮਸਾਨ ਦੇ ਯੁੱਧ ਕਰਨ ਦੇ ਲਈ ਤਿਆਰੀ ਰਹਿੰਦੇ ਹਨ। ਬਖਸ਼ੋ ਭੋਜਨ ਲੜਤੇ ਰਹੈ। ਜੇ ਉਹਨਾਂ ਨੂੰ ਭੋਜਨ ਅੰਨ ਪਾਣੀ ਛਕਣ ਵਾਸਤੇ ਮਿਲੂ ਫਿਰ ਤਾਂ ਹੀ ਇਹ ਮੋਰਚਿਆਂ 'ਚ ਜਾ ਕਰਕੇ ਯੁੱਧ ਕਰ ਸਕਦੇ ਹਨ। ਰਨ ਕੋ ਤਿਆਗਨ ਜੇ ਮਨ ਠਾਨੈ। ਹੁਣ ਜੈ ਕਰ ਸਤਿਗੁਰੂ ਜੀ ਇਹੋ ਜਿਹੇ ਵੱਡੇ ਵੱਡੇ ਜੰਗਾਂ ਯੁੱਧਾਂ ਦਾ ਤਿਆਗ ਕਰ ਦੇਣਗੇ। ਤਜਹਿ ਆਨੰਦਪੁਰ ਕਹੂੰ ਭਿਆਨੈ। ਜਾਂ ਫਿਰ ਮਹਾਰਾਜ ਆਨੰਦਪੁਰ ਜਾ ਕਰਕੇ ਤਿਆਗ ਆ ਮਾਲਵੇ ਦੇ ਇਲਾਕੇ 'ਚ ਬੜੇ ਆਪਣੇ ਗੁਰ ਸਿੱਖ ਬੈਠੇ ਹਨ। ਉੱਥੇ ਜਾ ਕੇ ਵੀ ਸਾਰੀ ਸੰਗਤ ਦਾ ਚੰਗੀ ਤਰ੍ਹਾਂ ਜਿਹੜਾ ਗੁਜ਼ਾਰਾ ਹੋ ਸਕਦਾ। ਨਾਲੇ ਆ ਜਿਹੜੇ ਲੜਾਈ ਝਗੜੇ ਇਹ ਵੀ ਸਾਰੇ ਖਤਮ ਹੋ ਜਾਣੇ ਹਨ। ਚਮਰ ਹਾਡ ਰਹੀ ਤਨ ਕੀਰੀ। ਉਹ ਜਿਹੜੇ ਸੇਵਕ ਦਾਸ ਮਾਤਾ ਜੀ ਦੇ ਪਾਸ ਕਹਿੰਦੇ ਨੇ ਵੀ ਹੁਣ ਤਾਂ ਇਹਨਾਂ ਦੇ ਸਰੀਰ ਇੱਕ ਸਾਹਮਣੇ ਹੱਡੀਆਂ ਔਰ ਮਾਸ ਦੇ ਪਿੰਜਰ ਹੀ ਬਣ ਚੁੱਕੇ ਹਨ। ਭੇ ਪਿੰਜਰ ਸੁਖ ਮਾਸ ਕਨੇਰੀ। ਹੁਣ ਨਾ ਅੰਨ ਪਾਣੀ ਮਿਲਣ ਕਰਕੇ ਦੇਖੋ ਇਹਨਾਂ ਦੇ ਸਰੀਰਾਂ ਦੇ ਵਿੱਚੋਂ ਖੂਨ ਵੀ ਔਰ ਪਾਣੀ ਵੀ ਬਿਲਕੁਲ ਸੁੱਕ ਚੁੱਕਿਆ ਹੈ। ਜੀਵ ਦਾਨ ਸਭ ਕੋ ਅਬ ਦੀਜੈ। ਮਾਤਾ ਜੀ ਆਪ ਹੀ ਤਰਸ ਕਰਕੇ ਇਹਨਾਂ ਗੁਰ ਸਿੱਖਾਂ ਨੂੰ ਇਹ ਜਿਹੜਾ ਜੀਵਨ ਦਾਨ ਮਹਾਰਾਜ ਦੇ ਪਾਸੋਂ ਦਵਾ ਸਕਦੇ ਹੋ। ਜਾਨ ਆਪਣੇ ਰੱਛਾ ਕੀਜੈ। ਹੁਣ ਆਪਣੇ ਸੇਵਕ ਦਾਸ ਜਾਣਦਿਆਂ ਹੋਇਆਂ ਇਹਨਾਂ ਦੀ ਰੱਖਿਆ ਜ਼ਰੂਰ ਕਰਨੀ ਬਣਦੀ ਹੈ। ਇਤਿਆਦਿਕ ਕਹਿ ਜਨਨੀ ਸਾਥ। ਬੜੇ ਜਿਹੜੇ ਗੁਰਮੁਖੋ ਮਾਤਾ ਜੀ ਦੇ ਅੱਗੇ ਜਾ ਕਰਕੇ ਬਾਰ-ਬਾਰ ਆਪਣੇ ਭੁੱਖ ਦੇ ਦੁੱਖ ਨੂੰ ਵਰਣਨ ਕਰਦੇ ਹਨ। ਲਿਆਈ ਜਹ ਬੈਠੇ ਗੁਰਨਾਥ। ਮਾਤਾ ਜੀ ਨੂੰ ਪ੍ਰੇਰ ਕੇ ਇਹ ਜਿਹੜੇ ਬਹੁਤ ਸਾਰੇ ਗੁਰ ਸਿੱਖ ਸਤਿਗੁਰੂ ਜੀ ਦੇ ਪਾਸ ਲੈ ਕਰਕੇ ਆ ਗਏ ਸਨ। ਸਨੇ ਸਨੇ ਸੋ ਪ੍ਰਸੰਗ ਚਲਾਇਓ। ਜਗਤ ਮਾਤਾ ਗੁਜਰ ਕੌਰ ਜੀ ਨੇ ਵੀ ਸਹਿਜੇ ਸਹਿਜੇ ਫਿਰ ਗੁਰ ਸਿੱਖਾਂ ਦਾ ਜਿਹੜਾ ਦੁੱਖ ਦੂਰ ਕਰਨ ਦੇ ਲਈ ਆਪਣੇ ਵੱਲੋਂ ਇਹ ਪ੍ਰਸੰਗ ਛੇੜ ਲਿਆ ਸੀ। ਸ਼ੰਕਤ ਪ੍ਰਭ ਤੇ ਨੀਠ ਸੁਨਾਇਓ। ਪਰ ਫਿਰ ਵੀ ਮਾਤਾ ਜੀ ਤਾਂ ਸਤਿਗੁਰੂ ਜੀ ਦੀ ਮਹਿਮਾ ਨੂੰ ਆਪਣੇ ਹਿਰਦੇ ਦੇ ਵਿੱਚ ਪਹਿਲਾਂ ਤੋਂ ਹੀ ਜਾਣਨ ਵਾਲੇ ਹਨ। ਮਾਂ ਸ਼ੁਦਾ ਵਿਆਪੀ ਸਭ ਮਹੀਆ। ਕਹਿ ਲਗੇ ਲਾਲ ਜੀ ਹੁਣ ਤਾਂ ਭੁੱਖ ਦੇ ਦੁੱਖ ਨੇ ਸਾਰੇ ਸਿੰਘਾਂ ਨੂੰ ਦੇਖ ਲਓ ਕਿਤਨਾ ਜਿਹੜਾ ਹੱਦ ਤੋਂ ਵੱਧ ਤੰਗ ਕੀਤਾ ਹੋਇਆ ਹੈ। ਨਿਰਬਲ ਭੀ ਸਰੀਰ ਜਹ ਕਹੀਆ। ਜੈ ਕਹੀਆ ਚਾਰੇ ਪਾਸੇ ਤੁਸੀਂ ਆਪ ਹੀ ਨਿਗਾਹ ਮਾਰ ਕੇ ਦੇਖ ਲਓ ਗੁਰ ਸਿੱਖਾਂ ਦੇ ਜਿਹੜੇ ਸਰੀਰ ਕਿਤਨੇ ਕਮਜ਼ੋਰ ਦੁਬਲੇ ਹੋ ਚੁੱਕੇ ਹਨ। ਸ਼੍ਰੀ ਗੁਜਰੀ ਬੋਲੀ ਹਿਮ ਕਰੋ। ਉਹ ਸਮੇਂ ਮਾਤਾ ਜੀ ਵੀ ਫਿਰ ਆਪਣੇ ਵੱਲੋਂ ਮਹਾਰਾਜ ਦੇ ਅੱਗੇ ਇਹ ਅਰਜ਼ ਕਰਨ ਲੱਗੇ ਸਨ। ਇਨਕੋ ਤ੍ਰਿਪਤ ਕਰੋ ਤਉ ਲਰੋ। ਵੀ ਜੇ ਤਾਂ ਇਹਨਾਂ ਨੂੰ ਭੋਜਨ ਪਾਣੀ ਛਕਾ ਕਰਕੇ ਤ੍ਰਿਪਤ ਕਰੋਗੇ ਤਾਂ ਹੀ ਫਿਰ ਵੱਡੇ ਵੱਡੇ ਘਮਸਾਨ ਦੇ ਜੰਗ ਹੋ ਸਕਦੇ ਹਨ। ਜਿਨਹ ਮਨ ਹੋ ਕੀਜਹ ਪਿਆਨਾ। ਜਾ ਫਿਰ ਆਪਾਂ ਆਨੰਦਪੁਰੀ ਦਾ ਕਰਕੇ ਤਿਆਗ ਆ ਮਾਲਵੇ ਦੇ ਇਲਾਕੇ ਦੇ ਵਿੱਚ ਚੱਲਦੇ ਆ। ਇਨ ਦਵੈ ਬਿਨ ਨਹਿ ਬਚਹਿ ਪ੍ਰਾਨਾ। ਹੁਣ ਦੋ ਗੱਲਾਂ ਚੋਂ ਤਾਂ ਇੱਕ ਜ਼ਰੂਰ ਕਰਨੀ ਪਏਗੀ ਤਾਂ ਫਿਰ ਇਹਨਾਂ ਗੁਰ ਸਿੱਖਾਂ ਸੇਵਕਾਂ ਦਾ ਦਾਸਾਂ ਦੇ ਪ੍ਰਾਣਾਂ ਦਾ ਬਚਾਅ ਹੋ ਸਕੇਗਾ। ਫਿਰ ਹੋ ਸਰਬ ਸਰੀਰ ਨਹਾਲਾ। ਮਾਤਾ ਜੀ ਕਹਿ ਲਗੇ ਪੁੱਤਰ ਜੀ ਤੁਸੀਂ ਆਪ ਹੀ
ਇਹਨਾਂ ਦੇ ਸਰੀਰਾਂ ਦੀ ਹਾਲਤ ਨੂੰ ਦੇਖ ਸਕਦੇ ਹੋ। ਨਿਰਬਲ ਦੁਰਬਲ ਭਏ ਵਿਸਾਲਾ। ਹੁਣ ਜਿਨ੍ਹਾਂ ਦੇ ਜਿਸਮਾਂ ਦੇ ਵਿੱਚ ਇੱਕ ਸਾਹਮਣੇ ਹੀ ਹੱਡੀਆਂ ਹੀ ਨਿਕਲ ਪਈਆਂ ਹਨ। ਜੀਵਤ ਰਹਿ ਕਰੈ ਪੁਨ ਦਾਈਆ। ਹੁਣ ਜੇ ਆਪਾਂ ਜਿਉਂਦੇ ਰਹਿ ਗਏ ਫਿਰ ਦੁਬਾਰਾ ਆਨੰਦਪੁਰ ਦੇ ਵਿੱਚ ਬਹੁਤ ਵੱਡਾ ਆ ਕਰਕੇ ਆਪਣਾ ਦਾਈਆ ਕਰ ਸਕਦੇ ਹਾਂ। ਲਿਹ ਆਨੰਦਪੁਰ ਆਪਨ ਚੁਡਾਈਆ। ਜਦੋਂ ਜੋਧੇ ਸੂਰਮੇ ਬਹਾਦਰ ਬੜੇ ਤਕੜੇ ਨਰੋਏ ਹੋ ਗਏ ਫਿਰ ਆਪਾਂ ਨੇ ਆ ਕੇ ਆਨੰਦਪੁਰ ਦੇ ਵਿੱਚ ਆਪਣਾ ਕਬਜ਼ਾ ਕਰ ਲੈਣਾ ਹੈ। ਮਰੀ ਪਿਛਾਰੀ ਕਛੂ ਨਾ ਪੀਰ। ਹੁਣ ਜੇ ਇਹਨਾਂ ਦੇ ਪ੍ਰਾਣ ਹੀ ਸਰੀਰ ਚੋਂ ਨਿਕਲ ਗਏ ਫਿਰ ਤਾਂ ਹੁਣ ਇਹੋ ਜਿਹੇ ਵੱਡੇ ਵੱਡੇ ਨਗਰ ਵਸਾਉਣ ਦਾ ਆਪਾਂ ਨੂੰ ਕੋਈ ਵੀ ਫਾਇਦਾ ਨਹੀਂ ਹੋਏਗਾ। ਹਰੀ ਸੋ ਦੀਖੈ ਮਾਟੀ ਢੇਰ। ਹੁਣ ਵੱਡੇ ਵੱਡੇ ਸ਼ਹਿਰ ਵੱਡੇ ਵੱਡੇ ਫੇਰੇ ਤਾਂ ਇੱਕ ਮਿੱਟੀ ਦੇ ਢੇਰਾਂ ਦੇ ਸਮਾਨ ਹੀ ਨਜ਼ਰ ਆਉਣ ਲੱਗ ਜਾਂਦੇ ਹਨ। ਜੀਵਨ ਲਗੀ ਸਭ ਕਿਛ ਜਾਣੈ। ਮਾਤਾ ਜੀ ਕਹਿਣ ਲੱਗੇ ਲਾਲ ਜੀ ਇਹ ਜਿਹੜੀ ਦੁਨੀਆ ਦੀ ਰਚਨਾ ਜ਼ਿੰਦਗੀ ਤੱਕ ਹੀ ਕਿਸੇ ਕੰਮ ਆਇਆ ਕਰਦੀ ਹੈ। ਜੋ ਜਗ ਮਹਿ ਬਿਹਾਰ ਸਭ ਠਾਨੈ। ਜੋ ਵੀ ਸੰਸਾਰ ਦੇ ਅੰਦਰ ਕਾਰੋ ਵਿਹਾਰ ਇਹਨਾਂ ਦੀ ਜਿਹੜੀ ਹੱਦਬੰਦੀ ਤਕਰੀਬਨ ਜੀਵਨ ਤੱਕ ਹੀ ਹੋਇਆ ਕਰਦੀ ਹੈ। ਨਾਹੀਂ ਤਾਂ ਸਕਲ ਸਿੰਘ ਹਿਮ ਕਹੈ। ਨਹੀਂ ਤਾਂ ਫਿਰ ਹੁਣ ਸਾਰੇ ਜਿਹੜੇ ਗੁਰ ਸਿੱਖ ਸੂਰਮੇ ਭੁੱਖ ਦੇ ਦੁੱਖ ਤੋਂ ਬੜੇ ਤੰਗ ਹੋ ਚੁੱਕੇ ਹਨ। ਆਇਸ ਵਿਖੈ ਆਪ ਕੀ ਹੈ। ਜਿਹੜੇ ਨੇ ਮਹਾਰਾਜ ਜੀ ਬੜੇ ਗੁਰੂ ਕੇ ਲਾਲ ਉਹਨਾਂ ਨੇ ਤਾਂ ਫਿਰ ਆਪ ਦੀ ਆਗਿਆ ਦੇ ਵਿੱਚ ਹੀ ਚੱਲਣ ਦਾ ਇੱਕ ਬਹੁਤ ਵੱਡਾ ਪ੍ਰਣ ਆਪਣੇ ਮਨ ਦੇ ਵਿੱਚ ਧਾਰਨ ਕੀਤਾ ਹੋਇਆ ਵੀ ਕੋਈ ਗੱਲ ਨਹੀਂ ਭਾਵੇਂ ਸਾਡਾ ਸਰੀਰ ਵੀ ਲੱਗ ਜਾਏ ਅਸੀਂ ਤਾਂ ਪਹਿਲਾਂ ਹੀ ਮੌਤ ਨੂੰ ਕਬੂਲ ਕੀਤਾ ਹੋਇਆ। ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੇਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਦੌਰਾ ਲੈਨ। ਤੇ ਜਿਹੜੇ ਪਹਿਲਾਂ ਹੀ ਆਪ ਦੇ ਦਰ ਨੂੰ ਮਲ ਕਰਕੇ ਬੈਠੇ ਹਨ। ਕਰਹੁ ਹੁਕਮ ਸੰਗਰਾਮ ਮਚਾਵੈ। ਜਦੋਂ ਵੀ ਆਪ ਦਾ ਹੁਕਮ ਹੁੰਦਾ ਹੈ ਜੋਧੇ ਸੂਰਮੇ ਤਾਂ ਫਿਰ ਉਸੇ ਵਕਤ ਹੀ ਤੁਰਕਾਂ ਮੁਗਲਾਂ ਪਠਾਣਾਂ ਦੇ ਨਾਲ ਜੰਗ ਕਰਨ ਵਾਸਤੇ ਕਮਰ ਕਸੇ ਲਗਾ ਲੈਂਦੇ ਨੇ। ਛਤਰ ਹਜ਼ਾਰਨ ਕੋ ਤਨ ਕਾਵੈ। ਭਾਵੇਂ ਸਰੀਰ ਦੁਬਲੇ ਕਮਜ਼ੋਰ ਵੀ ਹੋ ਗਏ ਪਰ ਫਿਰ ਵੀ ਜੋਧੇ ਸੂਰਮੇ ਬਾਹਰ ਜਾ ਕੇ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਤੁਰਕ ਮੁਗਲ ਪਠਾਨ ਉਹਨਾਂ ਦਾ ਨਾਸ ਕਰ ਦਿੰਦੇ ਨੇ। ਆਪ ਮਰੈ ਤਿਨਕੇ ਵਿੱਚ ਬਰਕੈ। ਆਪ ਵੀ ਉਹਨਾਂ ਦੇ ਵਿੱਚ ਪ੍ਰਵੇਸ਼ ਹੋ ਕੇ ਕਈਆਂ ਨੇ ਸ਼ਹੀਦੀਆਂ ਵੀ ਪ੍ਰਾਪਤ ਕਰ ਲਈਆਂ ਹਨ। ਸਗਰੀ ਸੰਕਟ ਦੇਹੋ ਨਿਵਰਕੈ। ਮਾਤਾ ਜੀ ਕਹਿਣ ਲੱਗੇ ਪੁੱਤਰ ਜੀ ਹੁਣ ਤੁਸੀਂ ਇਹਨਾਂ ਜੋਧੇ ਸੂਰਮਿਆਂ ਦੇ ਵੱਡੇ ਵੱਡੇ ਸੰਕਟਾਂ ਨੂੰ ਨਾਸ ਕਰਨ ਵਾਲੇ ਹੋ। ਸਗਲ ਕੁਟੰਬ ਆਪ ਕੋ ਜਾਨ। ਆਪ ਦਾ ਜਿਹੜਾ ਪਰਿਵਾਰ ਉਹ ਵੀ ਬਹੁਤ ਜ਼ਿਆਦਾ ਭੁੱਖ ਦੇ ਦੁੱਖ ਨੂੰ ਚੱਲ ਰਿਹਾ ਹੈ। ਦੀਜੈ ਅਬੈ ਪ੍ਰਾਨ ਕੋ ਦਾਨ। ਹੁਣ ਆਪ ਹੀ ਇਹਨਾਂ ਨੂੰ ਜਿਹੜਾ ਹੈ ਪ੍ਰਾਣਾਂ ਦਾ ਦਾਨ ਬਖਸ਼ ਸਕਦੇ ਹੋ। ਨਹੀਂ ਤਾਂ ਫਿਰ ਭੁੱਖ ਦੇ ਦੁੱਖ ਦੇ ਨਾਲ ਆ ਚੰਦ ਦਿਨਾਂ ਦੇ ਅੰਦਰ ਅੰਦਰ ਇਹਨਾਂ ਦੇ ਸਰੀਰਾਂ ਦਾ ਅੰਤੀ ਹੋ ਜਾਣਾ ਹੈ। ਇਮ ਸੁਨ ਮਾਤਾ ਤੀ ਸਿੱਖ ਬੈਸੀ। ਇਉਂ ਜਦੋਂ ਦਸ਼ਮੇਸ਼ ਪਿਤਾ ਦੇ ਪਾਸ ਹੋਰ ਵੀ ਬਹੁਤ ਸਾਰੇ ਗੁਰਸਿੱਖ ਮਾਤਾ ਜੀ ਦੇ ਸਮੇਤ ਬੈਠੇ ਸੀ। ਸਭਨ ਸੁਨਾਈ ਭਨਿਓ ਗੁਰ ਐਸੀ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਨੇ ਆਪਣੇ ਖਾਲਸੇ ਦੀ ਪਰਖ ਕਰਨ ਦੇ ਲਈ
ਇਹ ਬਚਨ ਕੀਤੇ ਸੀ ਰਸਨਾ ਤੋਂ। पूजा को धन निकट हमारी। ਮਹਾਰਾਜ ਕਹਿਣ ਲੱਗੇ ਮਾਤਾ ਜੀ ਵੀ ਦੇਖੋ ਸਾਡੇ ਪਾਸ ਤਾਂ ਇੱਕ ਬਹੁਤ ਸਾਰਾ ਜਿਹੜਾ ਪੂਜਾ ਦਾ ਧਨ ਹੀ ਸੰਗਤਾਂ ਦੇ ਵੱਲੋਂ ਇਕੱਠਾ ਕੀਤਾ ਹੋਇਆ ਹੈ। सोनह दैबो बनह आहारी। ਹੁਣ ਮੈਂ ਆਪਣੇ ਪਿਆਰੇ ਪੁੱਤਰਾਂ ਨੂੰ ਜ਼ਹਿਰ ਕਿਵੇਂ ਖਵਾ ਸਕਦਾ ਹਾਂ? सो छुट बाई मनिंद हलाहल। ਇਹ ਜਿਹੜਾ ਪੂਜਾ ਦਾ ਧਾਨ ਜ਼ਹਿਰ ਦੇ ਸਮਾਨ ਹੋਇਆ ਕਰਦਾ ਹੈ। रच्यो पंथ हम दीनी पाहुल। ਸਤਿਗੁਰੂ ਜੀ ਕਹਿ ਲੱਗੇ ਵੀ ਇਸ ਪੂਜਾ ਦੇ ਧਨ ਤੋਂ ਛੁਟਕਾਰਾ ਦਵਾ ਕਰਕੇ ਫਿਰ ਹੀ ਮੈਂ ਆ ਜਿਹੜਾ ਤੀਸਰਾ ਖਾਲਸਾ ਪੰਥ ਸਾਜਿਆ। जेकर अच है ना बदह प्रतापो। ਜੈ ਇਹੋ ਜਿਹਾ ਇਹ ਧਨ ਖਾਣ ਲੱਗ ਪਏ ਫਿਰ ਮੇਰੇ ਖਾਲਸੇ ਪੰਥ ਦਾ ਤੇਜ ਪ੍ਰਤਾਪ ਦੁਨੀਆ ਦੇ ਵਿੱਚ ਨਹੀਂ ਵਧੇਗਾ। नहरन बिखै होहे रिप खापो। ਫਿਰ ਇਹਨਾਂ ਦੇ ਮਨ ਦੇ ਅੰਦਰ ਇਤਨੀ ਦਲੇਰੀ ਤੇ ਇਤਨੇ ਹੌਸਲੇ ਵੀ ਕਦੇ ਪੈਦਾ ਨਹੀਂ ਹੋ ਸਕਣੇ ਹਨ। जग मह रहदार दी सदा। ਇਹਨਾਂ ਨੇ ਫਿਰ ਆਮ ਲੋਕਾਂ ਦੇ ਸਮਾਨ ਨਾ ਬੜੇ ਦਲਦਰੀਆਂ ਦੇ ਸਮਾਨ ਬਣ ਜਾਣਾ ਹੈ। मरह नरक मह वासै तदा। ਸਤਿਗੁਰੂ ਜੀ ਕਹਿਣ ਲੱਗੇ ਵੀ ਹੁਣ ਇਹਨਾਂ ਨੂੰ ਇਹੋ ਜਿਹਾ ਪੂਜਾ ਦਾ ਧਾਨ ਛਕਾ ਕਰਕੇ ਮੈਂ ਨਰਕਾਂ ਦੇ ਵਿੱਚ ਨਹੀਂ ਪਾਉਣਾ ਚਾਹੁੰਦਾ ਹਾਂ। मुगल पठानन सो छित छाई। ਆ ਜਿਹੜੀ ਹਿੰਦੁਸਤਾਨ ਦੀ ਧਰਤੀ ਇਹ ਤਾਂ ਹੁਣ ਚਾਰੇ ਪਾਸਿਆਂ ਤੋਂ ਤੁਰਕਾਂ ਮੁਗਲਾਂ ਪਠਾਣਾ ਦੇ ਨਾਲ ਹੀ ਭਰੀ ਹੋਈ ਹੈ। किम तिन सन कर सकह लड़ाई। ਜੇਕਰ ਇਹ ਦਲਦਰੀ ਬਣ ਗਏ ਫਿਰ ਇਹਨਾਂ ਦੇ ਨਾਲ ਦੱਸੋ ਕਿਵੇਂ ਵੱਡੇ ਵੱਡੇ ਜਿਹੜੇ ਭਿਆਨਕ ਯੁੱਧ ਕਰ ਸਕਦੇ ਹਨ। सच वसैन द्रुग कोश रोदीस। ਜਿਨ੍ਹਾਂ ਦੇ ਪਾਸ ਬੜੇ ਸਿਆਣੇ ਸਿਆਣੇ ਸਲਾਹ ਦੇਣ ਵਾਲੇ ਵਜ਼ੀਰ ਇਸੇ ਤਰ੍ਹਾਂ ਇਹਨਾਂ ਨੇ ਵੱਡੇ ਵੱਡੇ ਕਿਲੇ ਵੀ ਆਪਣੀ ਰੱਖਿਆ ਦੇ ਲਈ ਬਣਾਏ ਹੋਏ ਹਨ। ਬੜਾ ਧਨ ਬੜਾ ਖਜ਼ਾਨਾ ਇਸੇ ਤਰ੍ਹਾਂ ਲੱਖਾਂ ਦੀ ਗਿਣਤੀ 'ਚ ਜਿਨ੍ਹਾਂ ਨੇ ਆਪਣੇ ਪਾਸ ਫੌਜਾਂ ਵੀ ਰੱਖੀਆਂ ਹੋਈਆਂ ਹਨ। लक्षण नृप की यह विशेष। ਜਿਹੜੇ ਰਾਜੇ ਮਹਾਰਾਜਿਆਂ ਦੇ 4-5 ਤਰ੍ਹਾਂ ਦੇ ਲੱਛਣ ਤੇ ਉਹਨਾਂ ਦੀਆਂ ਨਿਸ਼ਾਨੀਆਂ ਹੋਇਆ ਕਰਦੀਆਂ ਹਨ ਵੀ ਦੇਸ਼ ਹੈ, ਦੁਰਗ ਹੈ ਔਰ ਬੜੇ ਬੜੇ ਕਿਲੇ ਹਨ ਔਰ ਬੜੇ ਬੜੇ ਜਿਨ੍ਹਾਂ ਨੇ ਖਜ਼ਾਨੇ ਵੀ ਆਪਣੇ ਪਾਸ ਮਾਇਆ ਦੇ ਹੀਰੇ ਜਵਾਹਰਾਤ ਦੇ ਬੜੇ ਸੰਚਿਤ ਕੀਤੇ ਹੋਏ ਹਨ। ਹੁਣ ਮੇਰੇ ਖਾਲਸੇ ਨੇ ਇਹਨਾਂ ਤੁਰਕਾਂ ਮੁਗਲਾਂ ਦਾ ਕਰਕੇ ਨਾਸ ਗਰਦ ਦੇ ਵਿੱਚ ਮਿਲਾ ਦੇਣਾ ਹੈ। ਹੱਥ ਕਰ ਤੀਰਥ ਪੰਗਨ ਸੀਲਨ। ਇਹ ਫਿਰ ਆਪਣੇ ਤਿੱਖੇ ਤਿੱਖੇ ਤੀਰਾਂ ਜਾਂ ਵੱਡੇ ਵੱਡੇ ਵਰਸ਼ਿਆਂ ਦੁਆਰਾ ਹੀ ਇਹਨਾਂ ਜ਼ਾਲਮਾਂ ਪਾਪੀਆਂ ਦਾ ਨਾਸ ਕਰ ਸਕਦੇ ਹਨ। ਅਬ ਤਪ ਕਰਹਿ ਸ਼ਕਤ ਕੋ ਪਾਵੈ। ਸਤਿਗੁਰੂ ਜੀ ਕਹਿਣ ਲੱਗੇ ਮਾਤਾ ਜੀ ਵੀ ਜਿਤਨਾ ਜ਼ਿਆਦਾ ਤਪ ਮੇਰੇ ਖਾਲਸੇ ਨੇ ਨਾ ਐਸ ਵਕਤ ਆਪਣੇ ਸਰੀਰ ਦੇ ਉੱਪਰ ਭੁੱਖ ਦਾ ਜਿਹੜਾ ਦੁੱਖ ਸਹਿੰਦਿਆਂ ਹੋਇਆ ਕਰਨਾ ਹੈ। ਏਕ ਸਿੰਘ ਲੱਖੋਂ ਪਰ ਧਾਵੈ। ਇਹਨਾਂ ਦੇ ਵਿੱਚ ਫਿਰ ਇਤਨੀ ਜਿਹੜੀ ਤਾਕਤ इतनी शक्ति मैं पर देनी है। 1.25 लाख से एक लड़ाऊँ तब गुरु गोबिंद सिंह नाम कहाऊँ। चिड़िया ते मैं बाज तड़ाऊँ तब गुरु गोबिंद सिंह नाम कहाऊँ। इन्हां ने फिर ताइयों 1.25 लाख दे नाल मैदाने जंग च मुकाबले करने हैं। ਖੜਗ ਕੀਤ ਨਿਤ ਬਨੈ ਸਹਾਈ। ਹੁਣ ਇਹਨਾਂ ਦੀ ਜਿਹੜੀ ਸਹਾਇਤਾ ਮਦਦ ਉਸ ਅਨੰਤ ਸ਼ਕਤੀਆਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ
ਸਦਾ ਵਾਸਤੇ ਕਰਨੀ ਹੈ। ਸੁਤ ਪਰ ਹੋਤ ਪਿਤਾ ਜਿਸ ਭਾਈ, ਜਿਵੇਂ ਪੁੱਤਰ ਦੇ ਨਾਲ ਜਿਹੜਾ ਪਿਓ ਕਿਤਨਾ ਹੈ ਦਿਲੋਂ ਪ੍ਰੇਮ ਕਰਿਆ ਕਰਦਾ ਵੀ ਮੇਰਾ ਪੁੱਤਰ ਬੜਾ ਤਕੜਾ ਨਰੋਆ ਹੋ ਜਾਏ, ਕਦੇ ਵੀ ਆਪਣੇ ਬੱਚੇ ਨੂੰ ਮਾੜੀਆਂ ਜਿਹੜੀਆਂ ਖੁਰਾਕਾਂ ਦੇਣ ਦੇ ਲਈ ਤਿਆਰ ਨਹੀਂ ਹੋਇਆ ਕਰਦੇ ਹਨ। ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਵੀ ਖਾਲਸਾ ਵੀ ਮੇਰਾ ਪਿਆਰਾ ਪੁੱਤਰ ਹੈ, ਜਿਤਨਾ ਜ਼ਿਆਦਾ ਤਪ ਕਰਨਗੇ ਤੇ ਉਤਨਾ ਹੀ ਇਹਨਾਂ ਦਾ ਜਿਹੜਾ ਤੇਜ ਪ੍ਰਤਾਪ ਆਉਣ ਵਾਲੇ ਸਮੇਂ 'ਚ ਚਾਰੇ ਪਾਸੇ ਵੱਧ ਜਾਣਾ ਹੈ। ਨਿਤ ਬ੍ਰਤ ਪਾਲਨ ਬਨੈ ਸਹਾਈ ਹੋ, ਵੀ ਮੈਂ ਤਾਂ ਹੁਣ ਇਹਨਾਂ ਦੀ ਪੱਠੇ ਪੈ ਰਾਤ ਦਿਨ ਇਸੇ ਤਰ੍ਹਾਂ ਪਾਲਣਾ ਕਰਨੀ ਹੈ। ਛੁਦਾ ਪਿਪਾਸਾ ਕਸ਼ਟ ਵਿਸਾਲੀ, ਜੋ ਆਪਣੇ ਸਰੀਰਾਂ ਦੇ ਉੱਪਰ ਭੁੱਖ ਔਰ ਪਿਆਸ ਦੇ ਹੁਣ ਤਾਂ ਭਾਵੇਂ ਬੜੇ ਬੜੇ ਅਸਹਿ ਜਿਹੜੇ ਦੁੱਖ ਜ਼ਰੂਰ ਝੱਲ ਰਹੇ ਹਨ। ਬਨਹਿ ਪੰਥ ਕੋ ਲੀ ਸਭ ਚਾਲੀ, ਇਹ ਮੇਰੇ ਖਾਲਸੇ ਪੰਥ ਨੇ ਹੀ ਇਹੋ ਜਿਹੀਆਂ ਵੱਡੀਆਂ ਵੱਡੀਆਂ ਤਕਲੀਫਾਂ ਆਪਣੇ ਜਿਸਮਾਂ ਦੇ ਉੱਪਰ ਝੱਲਣੀਆਂ ਹਨ। ਇਮ ਕੀਤਕ ਦਿਨ ਭਨਤ ਸੁਨੰਤੀ, ਇਉਂ ਸਤਿਗੁਰੂ ਜੀ ਨੇ ਬਚਨ ਸੁਣਾ ਕੇ ਗੁਰ ਸਿੱਖਾਂ ਨੂੰ ਆਪਣੇ ਵੱਲੋਂ ਧੀਰਜ ਬਖਸ਼ਿਆ ਸੀ। ਮਹਾ ਸ਼ੁੱਧਤ ਕੋ ਭਈ ਬਿਰਤੰਤੀ, ਜੋ ਬਹੁਤ ਜ਼ਿਆਦਾ ਭੁੱਖ ਦਾ ਜਿਹੜਾ ਦੁੱਖ ਉਹ ਤਾਂ ਸਾਰਿਆਂ ਨੂੰ ਹੀ ਮਹਿਸੂਸ ਹੋ ਰਿਹਾ ਸੀ। ਉਤ ਰਾਜੀ ਮਿਲ ਮਿਲ ਪਛੁਤਾਵ ਹੈ, ਦੂਸਰੇ ਪਾਸੇ ਜਿਹੜੇ ਪਹਾੜੀ ਰਾਜੇ ਵੱਡੇ ਵੱਡੇ ਨਿਜ਼ਾਮ ਉਹ ਵੀ ਮਨ ਦੇ ਵਿੱਚ ਬੜਾ ਪਛਤਾਵਾ ਕਰਨ ਲੱਗ ਪਏ ਹਨ ਵੀ ਕਾਹਨੂੰ ਐਵੇਂ ਅਸੀਂ ਆ ਜਿਹੜੀਆਂ ਸ਼ਾਹੀ ਫੌਜਾਂ ਗੁਰੂ ਜੀ ਦੇ ਉੱਪਰ ਚੜਾ ਕਰਕੇ ਲਿਆਉਣੀਆਂ ਸਨ, ਇਹਨਾਂ ਸਾਰਿਆਂ ਦੀ ਜਿਹੜੀ ਜਾਨ ਜਿਵੇਂ ਕਹਿੰਦੇ ਵੀ ਕੜੱਕੀ ਦੇ ਵਿੱਚ ਆ ਚੁੱਕੀ ਹੈ। ਸਤਿਗੁਰੂ ਜੀ ਆ ਮਨ ਦੇ ਵਿੱਚ ਬੜਾ ਹੱਠ ਧਾਰਨ ਕਰੀ ਬੈਠੇ ਹਨ। ਉਧਰੋਂ ਇਹਨਾਂ ਫੌਜਾਂ ਦੇ ਲਈ ਰੋਜ਼ਾਨਾ ਅੰਨ ਕਾ ਔਰ ਬੜੀ ਲੱਕੜੀ ਦੀ ਵੀ ਲੋੜ ਪੈਂਦੀ ਸੀ। ਇਹਨਾਂ ਵਿਚਾਰਿਆਂ ਦੇ ਜਿਹੜੇ ਖਜ਼ਾਨੇ ਉਹ ਵੀ ਬਿਲਕੁਲ ਖਾਲੀ ਹੋ ਚੁੱਕੇ ਹਨ। ਪਹਾੜੀ ਰਾਜਿਆਂ ਨੂੰ ਹੁਣ ਇਹਨਾਂ ਸ਼ਾਹੀ ਫੌਜਾਂ ਕੋਲੋਂ ਆਪਣਾ ਖਹਿੜਾ ਛਡਾਉਣਾ ਬੜਾ ਔਖਾ ਹੋ ਗਿਆ ਹੈ। ਬਾਦਸ਼ਾਹ ਔਰੰਗਜ਼ੇਬ ਉਹ ਵੀ ਵਾਰ-ਵਾਰ ਇਹਨਾਂ ਨੂੰ ਬੜੀਆਂ ਲਾਹਨਤਾਂ ਬੜੀਆਂ ਫਟਕਾਰਾਂ ਪਾਉਂਦਾ, ਚਿੱਠੀਆਂ ਲਿਖ ਲੈ ਕੇ ਵੀ ਤੁਹਾਡੀ ਬਹਾਦਰੀ ਨੂੰ ਲੱਖ ਲਾਹਨਤ ਹੈ। ਉਹ ਇੱਕ ਛੋਟਾ ਜਿਹਾ ਨਗਰ ਤੇ ਉਹੀ ਅਜੇ ਤੱਕ ਤੁਹਾਡੇ ਪਾਸੋਂ ਫਤਿਹ ਨਹੀਂ ਹੋਇਆ। ਨਾ ਗੁਰੂ ਜੀ ਦੇ ਪਾਸ ਕੋਈ ਇਲਾਕਾ, ਨਾ ਕੋਈ ਆਮਦਨ ਦਾ ਸਾਧਨ, ਤੇ ਤੁਸੀਂ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਚਾਰੇ ਪਾਸੇ ਕਿਤਨਾ ਵੱਡਾ ਘੇਰਾ ਪਾਈ ਬੈਠੇ ਹੋ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਉਹਨਾਂ ਨੇ ਵੀ ਇਹ ਘੇਰੇ ਦਾ ਜਿਹੜਾ ਟਾਈਮ 6-7 ਮਹੀਨੇ ਤੱਕ ਲਿਖਿਆ ਹੋਇਆ, ਕਈ 6 ਮਹੀਨਿਆਂ ਦਾ ਵੀ ਜ਼ਿਕਰ ਕਰਦੇ ਹਨ। ਕਈ ਵਿਦਵਾਨਾਂ ਨੇ ਤਕਰੀਬਨ 6 ਮਹੀਨੇ 19 ਜਿਹੜੇ ਦਿਨ ਵੀ ਲਿਖੇ ਹੋਏ ਹਨ। ਬਾਦਸ਼ਾਹ ਔਰੰਗਜ਼ੇਬ ਉਹ ਵੀ ਬੜਾ ਹੈਰਾਨ ਹੋ ਰਿਹਾ ਹੈ ਵੀ ਇੱਕ ਛੋਟਾ ਜਿਹਾ ਨਗਰ ਉਹੀ ਇਹਨਾਂ ਦੇ ਕੋਲੋਂ ਅਜੇ ਤੱਕ ਜਿੱਤਿਆ ਨਹੀਂ ਗਿਆ। ਜਿਹੜੇ ਪਹਾੜੀ ਰਾਜੇ ਤਾਂ ਵਿਚਾਰੇ ਬਹੁਤ ਹੀ ਮਨ ਦੇ ਵਿੱਚ ਦੁਖੀ ਹੋ ਚੁੱਕੇ ਹਨ ਵੀ ਕਿਵੇਂ ਨਾ ਕਿਵੇਂ ਜੇ ਸਾਡਾ ਖਹਿੜਾ ਛੁੱਟ ਜਾਏ ਤਾਂ ਚੰਗਾ ਹੈ, ਨਹੀਂ ਤਾਂ ਬਹੁਤ ਵੱਡੀਆਂ ਵੱਡੀਆਂ ਐਵੇਂ ਅਸੀਂ ਆ ਬੁਲਾਵਾ ਜਿਹੜੀਆਂ ਸ਼ਾਹੀ ਫੌਜਾਂ ਦੀਆਂ
ਗਲ ਦੇ ਵਿੱਚ ਪਾ ਲਈਆਂ ਹਨ। ਉਜਰਿਓ ਦੇਸ਼ ਦਰਬ ਖਰਚਾਵੈ। ਇੱਕ ਦਾ ਰੋਜ਼ ਦੀ ਰੋਜ਼ ਕਿਤਨਾ ਜ਼ਿਆਦਾ ਫੌਜਾਂ ਦਾ ਖਰਚ, ਚਾਰੇ ਪਾਸਿਆਂ ਤੋਂ ਕਾ ਔਰ ਲੱਕੜਾਂ ਦੀ ਵੀ ਬੜੀ ਤੰਗੀ ਆਉਣ ਲੱਗ ਪਈ ਹੈ। ਨਹਿ ਮੁਹਿੰਮ ਕਿਮ ਪੂਰਨ ਪਈ। ਪਰ ਅਜੇ ਤੱਕ ਇਤਨੀ ਜਿਹੜੀ ਬਹੁਤ ਵੱਡੀ ਮੁਹਿੰਮ ਇਹਨਾਂ ਤੋਂ ਜਿੱਤ ਨਹੀਂ ਹੋਈ ਸੀ। ਸ਼੍ਰੀ ਗੁਰ ਦ੍ਰਿੜਤਾ ਅਤਿਸ਼ਾ ਲਈ। ਸੋ ਦੇ ਨੇ ਵੀ ਗੁਰੂ ਜੀ ਤਾਂ ਬਹੁਤ ਵੱਡਾ ਹੱਠ ਧਾਰਨ ਕਰਕੇ ਦੇਖੋ ਆਪਣੇ ਆਨੰਦਪੁਰ ਦੇ ਵਿੱਚ ਬੈਠੇ ਹਨ। ਲੱਖੋਂ ਫੌਜਾਂ ਖਰਚ ਵਿਸਾਲੀ। ਹੁਣ ਲੱਖਾਂ ਫੌਜਾਂ ਦੇ ਲਈ ਰੋਜ਼ ਦੀ ਰੋਜ਼ ਬੜਾ ਅੰਨ ਤੇ ਹੋਰ ਵੀ ਨਾਨਾ ਪ੍ਰਕਾਰ ਦੇ ਕਿਤਨੇ ਖਰਚ ਹੋਇਆ ਕਰਦੇ ਹਨ। ਲੱਕੜੀ ਘਾਸ ਅੰਨ ਤੇ ਜਾਲੀ। ਪਰਜਾ ਦੇ ਵਿੱਚੋਂ ਖਾਣ ਪੀਣ ਵਾਲੀਆਂ ਵਸਤੂਆਂ, ਲੱਕੜਾਂ ਵੀ ਔਰ ਘਾਹ ਚਾਰੇ ਪਾਸਿਆਂ ਤੋਂ ਮੌਕਾ ਚੁੱਕਿਆ ਸੀ। ਹੋਨ ਨਾ ਪਾਵੈ ਕਤਹੂ ਖੇਤੀ। ਬਹੁਤ ਸਾਰੇ ਵਿਚਾਰੇ ਜ਼ਿਮੀਂਦਾਰਾਂ ਦੀਆਂ ਫਸਲਾਂ ਵੀ ਇਹਨਾਂ ਤੁਰਕਾਂ ਮੁਗਲਾਂ ਪਠਾਣਾਂ ਨੇ ਉਜਾੜ ਦਿੱਤੀਆਂ ਸਨ। ਸੈਲ ਦੀਸ਼ ਭਾ ਅਪਦਾ ਤੇਤੀ। ਬਹੁਤ ਵੱਡੀ ਜਿਹੜੀ ਆਪਦਾ ਆ ਪਹਾੜੀ ਇਲਾਕੇ ਦੇ ਲੋਕਾਂ ਦੇ ਉੱਪਰ ਪੈ ਚੁੱਕੀ ਹੈ। ਗੁਰ ਕੋ ਲਿਖੈ ਤਜਹ ਪੁਰ ਜਾਹੀ। ਅਖੀਰ ਨੂੰ ਸੂਬਿਆਂ ਨੇ ਔਰ ਪਹਾੜੀ ਰਾਜਿਆਂ ਨੇ ਸਲਾਹ ਕੀਤੀ ਵੀ ਆਪਾਂ ਕੋਈ ਚਿੱਠੀ ਪੱਤਰ ਕਾ ਗੁਰੂ ਜੀ ਦੇ ਪਾਸ ਲੈ ਕਰਕੇ ਭੇਜ ਦਿੰਦੇ ਹਾਂ। ਇੱਕ ਬਾਰ ਹੋਈ ਹਮਰੇ ਪਾਹੀ। ਇੱਕ ਵਾਰੀ ਜੈ ਕਰ ਆਪਾਂ ਆਨੰਦਪੁਰ ਦੇ ਉੱਪਰ ਕਬਜ਼ਾ ਜਮਾ ਲਵਾਂਗੇ। ਲਸ਼ਕਰ ਪੀਰ ਸਕਲ ਚੜ ਜਾਵੇ। ਉਹ ਤੋਂ ਬਾਅਦ ਆਪਣੇ ਸਾਰੇ ਲੋ ਲਸ਼ਕਰ ਨੇ ਗੁਰੂ ਜੀ ਦੇ ਉੱਪਰ ਬਾਹਰ ਚੜ੍ਹਾਈ ਕਰ ਦੇਣੀ ਹੈ। ਤਬ ਹੈ ਬਸਨ ਹਿਤ ਸਤਗੁਰ ਆਵੇ। ਕਹਿੰਦੇ ਨੇ ਵੀ ਇੱਕ ਵਾਰੀ ਆਪਾਂ ਧਰਮ ਦੀ ਸਹੁੰ ਖਾ ਕੇ ਕਿਵੇਂ ਨਾ ਕਿਵੇਂ ਜ਼ੈ ਗੁਰੂ ਜੀ ਨੂੰ ਆਨੰਦਪੁਰ ਦੇ ਵਿੱਚੋਂ ਬਾਹਰ ਕੱਢ ਦਿਆਂਗੇ। ਇਮ ਸਲਾਹ ਕਰ ਲਿਖੇ ਪਠਾਈ। ਵੀ ਚਿੱਠੀ ਪੱਤਰਕਾਂ ਦੇ ਵਿੱਚ ਲੈ ਕੇ ਗੁਰੂ ਜੀ ਦੇ ਪਾਸ ਭੇਜੋ ਵੀ ਉੱਧਰੋਂ ਬਾਦਸ਼ਾਹ ਔਰੰਗਜ਼ੇਬ ਵੀ ਸਾਨੂੰ ਬਾਰ-ਬਾਰ ਬੜੀਆਂ ਫਟਕਾਰਾਂ ਲਾਹਨਤਾਂ ਪਾ ਰਿਹਾ। ਜੇ ਇੱਕ ਵਾਰੀ ਤੁਸੀਂ ਆਨੰਦਪੁਰ ਖਾਲੀ ਕਰ ਦਿਓਗੇ ਤੇ ਅਸੀਂ ਫਿਰ ਮਾੜੇ ਮੋਟੇ ਬਾਦਸ਼ਾਹ ਔਰੰਗਜ਼ੇਬ ਨੂੰ ਮੂੰਹ ਦਿਖਾਉਣ ਜੋਗੇ ਰਹਿ ਜਾਣਾ। ਦੂਜਾ ਨੰਬਰ 'ਤੇ ਆ ਤੁਹਾਡੀ ਵੀ ਜਿਹੜੀ ਰੋਹ ਦੀ ਕਲਾ ਕਲੇਸ਼ ਇਹ ਵੀ ਮੌਕਾ ਜਾਏਗੀ। ਸ਼੍ਰੀ ਕਲਗੀ ਧਰ ਕੇ ਢਿੱਗ ਆਈ। ਬਹੁਤ ਸਾਰੇ ਦੋਤ ਵਕੀਲ ਸਿਆਣੇ ਸਿਆਣੇ ਵਜ਼ੀਰ ਮਹਾਰਾਜ ਦੇ ਪਾਸ ਆਉਣ ਲੱਗ ਪਏ ਹਨ। ਸੁਣ ਕਰ ਸਤਗੁਰ ਨਾਹਿਨ ਮਾਨੀ। ਪਰ ਸਤਿਗੁਰੂ ਜੀ ਨੇ ਸਰਬਾਗੰਤਰ ਜਾਮੀ ਇਹਨਾਂ ਦੀਆਂ ਗੱਲਾਂ ਬਾਤਾਂ ਦੇ ਉੱਪਰ ਕੋਈ ਵੀ ਇਤਬਾਰ ਨਹੀਂ ਕੀਤਾ ਸੀ। ਕਪਟੀ ਪਰਬਤ ਕੇ ਨਰ ਜਾਨੀ। ਸਤਿਗੁਰੂ ਜੀ ਨੂੰ ਪਤਾ ਹੈ ਵੀ ਇਹ ਜਿਹੜੇ ਪਹਾੜੀ ਲੋਕ ਬੜੇ ਕਪਟ ਔਰ ਛਲ ਦੇ ਨਾਲ ਭਰੇ ਹੋਏ ਹਨ। ਪੂਜਿਤ ਪਾਹਨ ਭੀ ਮਤ ਪਾਹਨ। ਹੁਣ ਪੱਥਰ ਦੀ ਪੂਜਾ ਕਰਦਿਆਂ ਇਹਨਾਂ ਦੀ ਮਤ ਵੀ ਪੱਥਰ ਦੇ ਸਮਾਨ ਬੜੀ ਕਰੜੀ ਤੇ ਸਖਤ ਹੋ ਚੁੱਕੀ ਹੈ। ਮ੍ਰਿਦੁਲ ਕਦਾਚਿਤ ਲਖਿਐ ਨਾਹਿਨ। ਇਹਨਾਂ ਦੇ ਦਿਲ ਦੇ ਅੰਦਰ ਕਦੇ ਵੀ ਕੋਮਲਪਣਾ ਪੈਦਾ ਨਹੀਂ ਹੋ ਸਕਦਾ ਹੈ। ਸਭ ਸਿੰਘਨ ਮਹਿ ਨਹੀਂ ਜਨਾਈ। ਇਹ ਜਿਹੜੀ ਹਕੀਕਤ ਸਤਿਗੁਰੂ ਜੀ ਨੇ ਆਮ ਸਿੰਘਾਂ ਦੇ ਪਾਸ ਨਹੀਂ ਜਣਾਉਣੀ ਕੀਤੀ ਹੈ। ਕਈ ਬੇਰ ਲਿਖ ਪੱਤਰ ਪਠਾਈ। ਕਈ ਵਾਰ ਇਹਨਾਂ ਨੇ ਆਪਣੇ ਵੱਲੋਂ ਜਿਹੜੇ ਅਹਿਦਨਾਮੇ ਸਤਿਗੁਰੂ ਜੀ ਦੇ ਪਾਸ ਲੈ ਕਰਕੇ ਭੇਜ ਦਿੱਤੇ ਸਨ। ਇੱਕ ਦਿਨ ਸਿੰਘ ਨਾ ਲੱਗਿਓ ਦੀਵਾਨਾ। ਇੱਕ ਦਿਨ ਜਦੋਂ ਸਤਿਗੁਰੂ ਜੀ ਦੀਵਾਨ ਦੇ ਵਿੱਚ ਬੈਠੇ ਸਨ, ਸਭ ਮਹਿ ਆਵਤ ਭਾ ਪਰਵਾਨਾ। ਇਹਨਾਂ
ਪਹਾੜੀ ਰਾਜਿਆਂ ਦਾ ਲਿਖਿਆ ਹੋਇਆ ਪਰਵਾਨਾ ਉਸ ਵਕਤ ਸਤਿਗੁਰੂ ਜੀ ਦੇ ਚਰਨਾਂ 'ਚ ਪਹੁੰਚ ਚੁੱਕਿਆ ਸੀ। ਹੁਣ ਜਿਸ ਪ੍ਰਕਾਰ ਖਾਲਸੇ ਨੇ ਵੀ ਮਿਲ ਕਰਕੇ ਮਸ਼ਵਰਾ ਕਰਨਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰਸਿੱਖਾਂ ਤਾਈਂ ਨਿਹਾਲ ਕਰ ਰਹੇ ਨੇ। ਇੱਕ ਦਿਨ ਸਿੰਘਨ ਲੱਗਿਓ ਦੀਵਾਨਾ, ਸਭ ਮਹਿ ਆਵਤ ਭਾ ਪਰਵਾਨਾ। ਇੱਕ ਦਿਨ ਸਿੰਘਨ ਲੱਗਿਓ ਦੀਵਾਨਾ, ਸਭ ਮਹਿ ਆਵਤ ਭਾ ਪਰਵਾਨਾ। ਏ ਚੌਥੇ ਪਾਰ ਬ੍ਰਹਮ ਅਵਨਾਸੀ ਅਗਨਾਸ ਏ ਪੂਰਨ